ਸਤਿ ਸ਼੍ਰੀ ਅਕਾਲ ਬੱਚਿਓ, 8ਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਤੇ ਸਾਡਾ ਸਿਲੇਬਸ ਜੋ ਹੈ ਉਹ ਕੰਪਲੀਟ ਹੋ ਚੁੱਕਿਆ ਹੈ ਤੇ ਨਾਲ ਅਗਰ ਕੁਝ ਰਹਿ ਵੀ ਗਿਆ ਹੈ ਤਾਂ ਅਸੀਂ ਨਾਲ ਕਰਾਂਗੇ। ਅਸੀਂ ਸ਼ੁਰੂ ਕਰਦੇ ਹਾਂ ਆਪਣੀ ਰਿਵੀਜ਼ਨ। ਔਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਭ ਨਾਲ ਇੱਕ ਵਾਰੀ ਆਪਣਾ ਸਿਲੇਬਸ ਡਿਸਕਸ ਕਰਨਾ ਚਾਹੁੰਦੀ ਹਾਂ, ਤਾਂ ਜੋ ਕੁਝ ਬੱਚਿਆਂ ਦੇ ਮੈਸੇਜ ਆਏ ਸੀ ਕਿ ਸਾਨੂੰ ਸਿਲੇਬਸ ਜੋ ਸਮਝ ਨਹੀਂ ਆਇਆ, ਜੋ ਬੋਰਡ ਵੱਲੋਂ ਆਇਆ ਹੈ। ਤਾਂ ਮੈਂ ਸੋਚ ਰਹੀ ਹਾਂ ਕਿ ਸਾਰੇ ਬੱਚੇ ਆਪਣੀ ਬੁੱਕ ਕੱਢ ਕੇ ਹਰ ਲੈਸਨ ਦੇ ਅੱਗੇ ਹੀ ਲਿਖ ਲੈਣ ਕਿ ਕਿਹੜੇ ਲੈਸਨ ਵਿੱਚੋਂ ਕੀ ਆਉਣਾ ਹੈ ਪੇਪਰ ਵਿੱਚ। ਠੀਕ ਹੈ, ਤੁਹਾਡਾ ਪੇਪਰ ਜੋ ਹੈ ਰਿਟਨ ਪੇਪਰ ਉਹ 80 ਮਾਰਕਸ ਦਾ ਹੈ। 30 ਮਾਰਕਸ ਦਾ ਔਨਲਾਈਨ ਹੋਏਗਾ ਅਤੇ 50 ਮਾਰਕਸ ਦਾ ਰਿਟਨ ਪੇਪਰ ਹੋਏਗਾ, ਜਿਵੇਂ ਤੁਹਾਡਾ ਪਹਿਲੇ ਹੋਇਆ ਸੀ। ਅਤੇ ਹੁਣ ਤੁਹਾਡੇ ਹੋਣ ਵਾਲੇ ਹਨ ਪ੍ਰੀ ਬੋਰਡ ਐਗਜ਼ਾਮ, ਜਲਦੀ ਹੀ ਹੋਣ ਵਾਲੇ ਹਨ ਉਹ ਪ੍ਰੀ ਬੋਰਡ ਐਗਜ਼ਾਮ। ਤਾਂ ਇਸ ਕਰਕੇ ਅਸੀਂ ਆਪਣੀ ਤਿਆਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਸਿਲੇਬਸ ਨੂੰ ਡਿਸਕਸ ਕਰਾਂਗੇ। ਜੋ ਤੁਹਾਡੀ ਲੈਸਨ ਵਾਲੀ ਬੁੱਕ ਹੈ ਉਸ ਦੇ ਵਿੱਚੋਂ ਜੋ ਕੰਮ ਆਏਗਾ ਉਹ 30 ਮਾਰਕਸ ਦਾ ਆਏਗਾ, ਔਰ ਜੋ ਗ੍ਰਾਮਰ ਵਾਲੀ ਬੁੱਕ ਹੈ ਉਸ ਵਿੱਚੋਂ 50 ਮਾਰਕਸ ਦਾ ਕੰਮ ਆਏਗਾ। ਤਾਂ ਮੈਂ ਚਾਹੁੰਦੀ ਹਾਂ ਕਿ ਸਾਰੇ ਬੱਚੇ ਆਪਣੀ ਬੁੱਕ ਦਾ ਪਹਿਲਾ ਪੇਜ ਖੋਲ੍ਹਣ, ਜਿਸ ਨੂੰ ਤੁਸੀਂ ਇੰਡੈਕਸ ਕਹਿੰਦੇ ਹੋ ਅਤੇ ਪੰਜਾਬੀ 'ਚ ਉਹਨੂੰ ਕਹਿੰਦੇ ਆ ਤਤਕਰਾ। ਠੀਕ ਹੈ, ਹਰ ਲੈਸਨ ਦੇ ਅੱਗੋਂ ਮੈਂ ਦੇਖੋ ਲਿਖਿਆ ਹੈ ਕਿ ਇਸ ਲੈਸਨ ਵਿੱਚੋਂ ਕੀ ਆਉਣਾ ਹੈ, ਜਿਹਦੇ ਵਿੱਚੋਂ 2 ਚੀਜ਼ਾਂ ਆਉਣੀਆਂ ਹਨ, ਪਲੱਸ ਪਾ ਕੇ ਮੈਂ ਅੱਗੇ ਪਿੱਛੇ ਦੋਨੋਂ ਲਿਖੀਆਂ ਹਨ। ਠੀਕ ਹੈ, ਇੱਕ ਵਾਰੀ ਮੈਂ ਸਮਝਾ ਰਹੀ ਹਾਂ। ਪਹਿਲਾ ਲੈਸਨ ਹੈ ਜਿਉਂਦੇ ਰਹਿਣ ਮੇਰੇ ਦੇਸ਼ ਦੇ ਲੋਕ। ਇਹ ਕਵਿਤਾ ਹੈ ਔਰ ਇਸ ਦੇ ਵਿੱਚੋਂ ਆਏਗੀ ਕਾਵਿ ਟੁਕੜੀ, ਯਾਨੀ ਕਵਿਤਾ ਦਾ ਇੱਕ ਪੈਰਾ ਜਿਹਦੇ ਵਿੱਚੋਂ ਤੁਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਠੀਕ ਹੈ, ਨੈਕਸਟ ਲੈਸਨ ਹੈ ਸਬਰ ਦੀ ਦੌਲਤ। ਇਸ ਦੇ ਵਿੱਚ ਇਹ ਕਹਾਣੀ ਹੈ ਔਰ ਇਹਦੇ ਵਿੱਚੋਂ ਆਉਣਗੇ ਕਿਸਨੇ ਕਿਸ ਨੂੰ ਕਿਹਾ ਔਰ ਵੱਡੇ ਪ੍ਰਸ਼ਨ। ਠੀਕ ਹੈ, ਯਾਨੀ 2 ਮਾਰਕਸ ਦੇ। ਨੈਕਸਟ ਲੈਸਨ ਹੈ ਰੁੱਖਾਂ ਦਾ ਰਾਖਾ ਡਾਕਟਰ ਯਮਾਨੋ। ਇਹ ਇੱਕ ਲੇਖ ਹੈ ਔਰ ਇਹਦੇ ਵਿੱਚੋਂ ਆਉਣਗੇ ਛੋਟੇ ਪ੍ਰਸ਼ਨ। ਨੈਕਸਟ ਗੋਬਿੰਦ ਰਾਏ ਕਵਿਤਾ ਹੈ ਓਨਲੀ ਰੀਡਿੰਗ ਲਈ। ਸ਼ਕੁੰਤਲਾ ਲੈਸਨ ਓਨਲੀ ਰੀਡਿੰਗ ਲਈ, ਔਰ ਕਰਤਾਰ ਸਿੰਘ ਸਰਾਭਾ ਓਨਲੀ ਰੀਡਿੰਗ ਲਈ। ਔਰ ਰੀਡਿੰਗ ਵਾਲੇ ਲੈਸਨ ਤੁਸੀਂ ਆਪਣੇ ਆਪ ਰੀਡ ਕਰੋਗੇ ਕਿਉਂਕਿ ਰੀਡਿੰਗ ਸਕਿੱਲ ਲਈ ਹਨ। ਠੀਕ ਹੈ, ਨੈਕਸਟ ਹੈ ਸਾਡਾ ਲੈਸਨ ਨੰਬਰ 7 ਸਾਡਾ ਵਿਰਸਾ। ਇਹ ਵੀ ਇੱਕ ਕਵਿਤਾ ਹੈ ਔਰ ਇਹਦੇ ਵਿੱਚੋਂ ਆਏਗੀ ਕਾਵਿ ਟੁਕੜੀ, ਉਹੀ ਕਵਿਤਾ ਦਾ ਪੈਰਾ। ਨੈਕਸਟ ਲੈਸਨ ਹੈ ਕਾਠ ਦਾ ਘੋੜਾ। ਇਹ ਕਹਾਣੀ ਹੈ ਔਰ ਇਹ ਓਨਲੀ ਵੈਲਿਊਜ਼ ਲਈ ਹੈ। ਇਹਦੇ ਵਿੱਚ ਇੱਕ ਸਟੋਰੀ ਹੈ ਜਿਸ ਤੋਂ ਤੁਹਾਨੂੰ ਜੋ ਸਿੱਖਿਆ ਮਿਲਦੀ ਹੈ ਉਹ ਤੁਸੀਂ ਦੇਖਣੀ ਹੈ ਕਿ ਕੀ ਸਿੱਖਿਆ ਮਿਲਦੀ ਹੈ ਉਸ ਤੋਂ। ਇਹ ਵੀ ਤੁਸੀਂ ਆਪਣੇ ਆਪ ਪੜ੍ਹੋਗੇ। ਨੈਕਸਟ ਲੈਸਨ ਹੈ ਹਿੰਮਤ। ਇਹ ਵੀ ਕਹਾਣੀ ਹੈ ਅਵਤਾਰ ਸਿੰਘ ਸੰਧੂ ਦੀ। ਇਹ ਓਨਲੀ ਡਿਸਕਸ ਲਈ ਸੀ, ਆਪਸ ਵਿੱਚ ਤੁਸੀਂ ਡਿਸਕਸ ਕਰੋਗੇ। ਨੈਕਸਟ ਹੈ ਫਰਿਆਦ ਕਵਿਤਾ, ਗਿਲ ਸੁਰਜੀਤ ਦੀ ਲਿਖੀ ਹੋਈ। ਇਹਦਾ ਸਾਰ ਆਏਗਾ ਪੇਪਰ ਵਿੱਚ। ਮੈਂ ਸਿਲੇਬਸ ਦੇ ਅਕੋਰਡਿੰਗ ਹੀ ਤੁਹਾਨੂੰ ਕਾਪੀ 'ਤੇ ਜੋ ਕੰਮ ਕਰਾਇਆ ਹੈ ਉਹ ਇਸ ਦੇ ਅਕੋਰਡਿੰਗ ਹੀ ਹੈ ਸਾਰਾ। ਨੈਕਸਟ ਲੈਸਨ ਹੈ ਕਸੂਰ ਕਿਸ ਦਾ ਹੈ। ਇਹ ਵੀ ਕਹਾਣੀ ਹੈ ਔਰ ਇਹਦੇ ਆਉਣਗੇ ਵੱਡੇ ਪ੍ਰਸ਼ਨ। ਨੈਕਸਟ ਲੈਸਨ ਡਿਊ ਟੂ ਕੋਵਿਡ-19। ਇਹ ਲੈਸਨ ਤੁਹਾਡੇ ਸਿਲੇਬਸ ਵਿੱਚੋਂ ਕੱਟ ਦਿੱਤਾ ਗਿਆ ਹੈ। ਜੋ ਤੁਹਾਡਾ ਸੈਂਪਲ ਪੇਪਰ ਆਇਆ ਹੈ ਬੋਰਡ ਵੱਲੋਂ ਉਹਦੇ ਵਿੱਚ ਇਸ ਲੈਸਨ ਵਿੱਚੋਂ ਕੁਐਸਚਨ ਹਨ, ਪਰ ਉਹ ਤੁਸੀਂ ਨਹੀਂ ਕਰਨੇ। ਠੀਕ ਹੈ, ਕਿਉਂਕਿ ਸੈਂਪਲ ਪੇਪਰ ਪਹਿਲਾਂ ਹੀ ਛਪ ਚੁੱਕਿਆ ਸੀ ਅਤੇ ਇਹ ਲੈਸਨ ਬਾਅਦ ਵਿੱਚ ਕੱਟੇ ਗਏ ਨੇ। ਨੈਕਸਟ ਹੈ ਲੈਸਨ ਸਾਡਾ ਨਿੰਮ ਵਾਲੀ ਤਾਈ। ਇਹਦਾ ਵੀ ਸਾਰ ਆਏਗਾ। ਨਿੰਮ ਵਾਲੀ ਤਾਈ ਵਿੱਚੋਂ ਵੀ ਸਾਰ ਆਏਗਾ। ਔਰ ਉਸ ਤੋਂ ਬਾਅਦ ਹੈ ਕਾਬਲੀ ਵਾਲਾ। ਇਹ ਇੱਕ ਕਹਾਣੀ ਹੈ, ਇਸ ਦੇ ਆਉਣਗੇ ਵੱਡੇ ਪ੍ਰਸ਼ਨ। ਨੈਕਸਟ ਲੈਸਨ ਹੈ ਅੱਜ ਦੇ ਵਿਆਹ ਅਤੇ ਫਜ਼ੂਲ ਖਰਚੀਆਂ। ਇਹ ਲੇਖ ਹੈ ਓਨਲੀ ਐਕਟੀਵਿਟੀ ਲਈ। ਇਹ ਤੁਸੀਂ ਆਪ ਹੀ ਦੇਖਦੇ ਹੋ ਕਿਸੇ ਵਿਆਹ 'ਤੇ ਜਾ ਕੇ ਵੀ ਕਿਹੜੇ ਉੱਥੇ ਫਜ਼ੂਲ ਖਰਚੇ ਹੁੰਦੇ ਹਨ ਜੋ ਅੱਜ ਕੱਲ੍ਹ ਦੇ ਵਿਆਹ ਹੁੰਦੇ ਹਨ। ਕਿਹੜੀਆਂ ਫਜ਼ੂਲ ਖਰਚੀਆਂ ਨੇ ਜਿਨ੍ਹਾਂ ਤੁਸੀਂ ਬਚਾ ਸਕਦੇ ਹੋ। ਠੀਕ ਹੈ, ਇਹ ਤੁਸੀਂ ਲਿਖਣੀਆਂ ਨੇ। ਕੋਈ ਵੀ ਇੱਕ ਸਕ੍ਰੈਪ ਫਾਈਲ ਲੈ ਕੇ ਉਹਦੇ ਉੱਪਰ ਹੀ ਲਿਖ ਸਕਦੇ ਹੋ। ਠੀਕ ਹੈ, ਨੈਕਸਟ ਹੈ ਦਿਆਲੂ ਰਾਜਾ। ਦਿਆਲੂ ਰਾਜਾ ਵੀ ਇੱਕ ਕਵਿਤਾ ਹੈ ਔਰ ਇਸ ਦੇ ਵਿੱਚੋਂ ਆਏਗਾ ਸਾਰ। ਨੈਕਸਟ ਲੈਸਨ ਹੈ ਸੂਰਜ ਕਦੇ ਛਿਪਦਾ ਨਹੀਂ। ਇਹ ਵੀ ਕਹਾਣੀ ਹੈ ਜੋ ਕਿ ਡਿਊ ਟੂ ਕੋਵਿਡ-19 ਕੱਟ ਦਿੱਤੀ ਗਈ ਹੈ। ਠੀਕ ਹੈ, ਇਹ ਲੈਸਨ ਵੀ ਤੁਸੀਂ ਯਾਦ ਨਹੀਂ ਕਰਨਾ, ਭਾਵੇਂ ਮੈਂ ਕਰਾ ਚੁੱਕੀ ਹਾਂ। ਨੈਕਸਟ ਲੈਸਨ ਹੈ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ। ਇਹ ਪਾਠ ਹੈ ਔਰ ਇਸ ਦੇ ਵਿੱਚੋਂ ਆਉਣਗੇ ਛੋਟੇ ਪ੍ਰਸ਼ਨ। ਨੈਕਸਟ ਹੈ ਸਰਗੀ ਦੀ ਲੋ। ਕਵਿਤਾ ਹੈ ਓਨਲੀ ਪੜ੍ਹਨ ਲਈ। ਨੈਕਸਟ ਹੈ ਕਿਰਤ ਦਾ ਮੁੱਲ। ਇਹਦੇ ਵੱਡੇ ਪ੍ਰਸ਼ਨ ਅਤੇ ਕਿਸਨੇ ਕਿਸ ਨੂੰ ਕਿਹਾ, 2 ਚੀਜ਼ਾਂ ਵਿੱਚ ਮੈਂ ਪਲੱਸ ਪਾਇਆ ਹੈ। ਨੈਕਸਟ ਹੈ ਐਲਫਰਡ ਨੋਬਲ ਲੈਸਨ। ਇਹਦੇ ਵਰਡ ਮੀਨਿੰਗ ਆਉਣਗੇ ਅਤੇ ਛੋਟੇ ਪ੍ਰਸ਼ਨ ਆਉਣਗੇ। ਨੈਕਸਟ ਲੈਸਨ ਵੀ ਕੱਟ ਦਿੱਤਾ ਗਿਆ ਹੈ ਸਿਲੇਬਸ ਵਿੱਚੋਂ, ਇਹਨੂੰ ਨਹੀਂ ਕਰਨਾ। ਨੈਕਸਟ ਹੈ ਸਵਾਮੀ ਵਿਵੇਕਾਨੰਦ ਜੀ। ਇਹਦੇ ਵਰਡ ਮੀਨਿੰਗ ਔਰ ਛੋਟੇ ਪ੍ਰਸ਼ਨ। ਲਾਸਟ ਲੈਸਨ ਹੈ ਘਰ ਦੀ ਫੌਜ। ਇਹ ਸਿਰਫ ਐਕਟੀਵਿਟੀ ਲਈ ਸੀ ਜੋ ਕਿ ਆਮਣੇ ਸਾਹਮਣੇ ਹੋ ਸਕਦੀ ਹੈ, ਇਸ ਲਈ ਮੈਂ ਇਹ ਤੁਹਾਨੂੰ ਨਹੀਂ ਕਰਾਈ। ਠੀਕ ਹੈ, ਇਹਨੂੰ ਤੁਸੀਂ ਸਿਰਫ ਆਪਣੇ ਆਪ ਰੀਡ ਕਰੋਗੇ ਔਰ ਇਸ ਦਾ ਬੁੱਕ ਪਾਰਟ ਕਰੋਗੇ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ ਬੁੱਕ ਵਿੱਚੋਂ ਕੀ ਕਰਨਾ ਹੈ ਔਰ ਕਿਵੇਂ ਕਰਨਾ ਹੈ। ਨੈਕਸਟ ਅਸੀਂ ਚੱਲਦੇ ਹਾਂ ਆਪਣੀ ਗ੍ਰਾਮਰ ਵਾਲੀ ਬੁੱਕ 'ਤੇ, ਵਿਆਕਰਨ ਦੀ, ਜਿਸ ਦਾ ਨਾਮ ਹੈ ਗਿਆਨ ਸਰੋਵਰ।
ਉਸ ਦਾ ਵੀ ਤੁਸੀਂ ਇੰਡੈਕਸ ਵਾਲਾ ਪੇਜ ਕੱਢ ਲਓਗੇ ਤੇ ਜਿਸ ਟੌਪਿਕ ਦੇ ਉੱਪਰ ਮੈਂ ਟਿਕ ਲਗਾਏ ਹਨ ਉਹ ਟੌਪਿਕ ਤੁਹਾਡੇ ਪੇਪਰ ਵਿੱਚ ਆਣਗੇ। ਔਰ ਮੈਂ ਲਿਖੇ ਹਨ ਕਿੰਨੇ ਕਰਨੇ ਹਨ, ਕਿਵੇਂ ਕਰਨੇ ਹਨ। ਵੈਸੇ ਤਾਂ ਸਾਰਾ ਕੁਝ ਮੈਂ ਨੋਟਬੁੱਕ ਦੇ ਉੱਪਰ ਕਰਾ ਚੁੱਕੀ ਹਾਂ ਤੁਹਾਨੂੰ। ਕੁਐਸਚਨ ਨੰਬਰ 5 ਹੈ ਸ਼ਬਦ ਜੋੜ, ਜਿਹਨੂੰ ਅਸੀਂ ਅਸ਼ੁੱਧ ਸ਼ੁੱਧ ਵੀ ਕਹਿੰਦੇ ਆ। ਇਹ ਸਾਰੇ ਹੀ ਤੁਸੀਂ ਪ੍ਰੈਕਟਿਸ ਕਰਨੇ ਨੇ, ਸਾਰੇ ਆਉਣਗੇ ਪੇਪਰ 'ਚ, ਸਾਰੇ ਮਤਲਬ ਕਿਤੋਂ ਵੀ ਆ ਸਕਦਾ ਕੋਈ ਵੀ। ਨੈਕਸਟ ਟੌਪਿਕ ਹੈ ਟੌਪਿਕ ਨੰਬਰ 8 ਲਿੰਗ ਬਦਲੋ। ਇਹ ਵੀ ਸਾਰੇ ਦੀ ਪ੍ਰੈਕਟਿਸ ਕਰਨੀ ਹੈ। ਨੈਕਸਟ ਟੌਪਿਕ ਹੈ 11 ਨੰਬਰ 'ਤੇ ਵਿਸ਼ੇਸ਼ਣ। ਇਹ ਵੀ ਸਾਰਾ ਰਿਵਾਈਜ਼ ਕਰਨਾ ਹੈ, ਸਾਰੇ ਇਹਦੇ ਭੇਦ ਜਿੰਨੇ ਵੀ ਨੇ ਟਾਈਪਸ। ਨੈਕਸਟ ਹੈ ਸਾਡਾ ਟੌਪਿਕ ਨੰਬਰ 19 ਅਗੇਤਰ ਪਿਛੇਤਰ। ਇਹ ਜਿਹੜੇ ਪਹਿਲੇ ਤੋਂ ਲੈ ਕੇ 20 ਤੱਕ ਤੁਸੀਂ ਕਰਨੇ ਨੇ 1 to 20 ਦੋਨੋਂ ਹੀ, ਅਗੇਤਰ ਵੀ ਔਰ ਪਿਛੇਤਰ ਵੀ 1 to 20 1 to 20। ਨੈਕਸਟ ਟੌਪਿਕ ਹੈ 21 ਨੰਬਰ 'ਤੇ ਅਰਥ ਭੇਦ। ਅਰਥ ਭੇਦ ਦੇ ਵਿੱਚ ਦੋ ਚੀਜ਼ਾਂ ਨੇ, ਸਮਾਨਾਰਥਕ ਔਰ ਵਿਰੋਧੀ। ਤੁਸੀਂ ਵਿਰੋਧੀ ਸ਼ਬਦ ਕਰਨੇ ਨੇ ਸਿਰਫ, ਔਰ 2 ਪੇਜ ਕਰਨੇ ਨੇ ਵਿਰੋਧੀ ਸ਼ਬਦ ਦੇ ਵੀ, ਯਾਨੀ ਕਿ 120 ਔਰ 121 ਪੇਜ, ਬਸ 3 ਪੇਜਿਸ 'ਤੇ ਨੇ ਵਿਰੋਧੀ ਸ਼ਬਦ, ਲੇਕਿਨ ਤੁਸੀਂ 2 ਪੇਜ ਕਰਨੇ ਨੇ। ਨੈਕਸਟ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ 'ਤੇ ਤੁਸੀਂ ਕਰਨੇ ਨੇ 1 to 40, ਪਹਿਲੇ 40 ਕਰਨੇ ਨੇ ਯਾਦ। ਉਸ ਤੋਂ ਬਾਅਦ ਹਨ 24 ਨੰਬਰ 'ਤੇ ਵਿਸ਼ਰਾਮ ਚਿੰਨ੍ਹ ਨੇ, ਸਾਰੇ ਕਰਨੇ ਨੇ। ਉਸ ਤੋਂ ਬਾਅਦ ਮੁਹਾਵਰੇ, ਇਹ ਵੀ 1 to 40 ਕਰਨੇ ਨੇ, ਪਹਿਲੇ 40 ਮੁਹਾਵਰੇ ਯਾਦ ਕਰਨੇ ਨੇ। ਉਸ ਤੋਂ ਬਾਅਦ ਟੌਪਿਕ ਹੈ 27 ਨੰਬਰ 'ਤੇ ਅਣਡਿੱਠਾ ਪੈਰਾ। ਇਹਦੀ ਪ੍ਰੈਕਟਿਸ ਕਰਨੀ ਹੈ ਕਿ ਪੇਪਰ ਵਿੱਚ ਇਹਦੇ ਆਨਸਰ ਕਿਵੇਂ ਲਿਖਣੇ ਨੇ। ਜੋ ਸੋਲਵਡ ਦਿੱਤੇ ਹੋਏ ਨੇ ਬੁੱਕ ਦੇ ਵਿੱਚ ਉਹਨਾਂ ਦੀ ਪ੍ਰੈਕਟਿਸ ਕਰ ਲਓ, ਉਹਨਾਂ ਨੂੰ ਪੜ੍ਹ ਲਓ ਇੱਕ ਵਾਰੀ ਕਿ ਕਿਸ ਤਰ੍ਹਾਂ ਆਨਸਰ ਦੇਈਦੇ ਨੇ ਪੇਪਰ ਵਿੱਚ। ਕੁਝ ਬੱਚੇ ਕੀ ਕਰਦੇ ਨੇ, ਪੂਰੀ ਲਾਈਨ ਚੁੱਕ ਕੇ ਆਨਸਰ ਦੇ ਵਿੱਚ ਲਿਖ ਦਿੰਦੇ ਨੇ, ਔਰ ਜਿਹੜਾ ਲਿਖਣਾ ਹੁੰਦਾ ਉਹ ਲਿਖਦੇ ਨਹੀਂ। ਨੈਕਸਟ ਹੈ ਲੇਖ ਰਚਨਾ। ਐਸੇ ਤੁਸੀਂ ਉਹੀ ਯਾਦ ਕਰਨੇ ਨੇ ਜੋ ਤੁਹਾਨੂੰ ਨੋਟਬੁੱਕ 'ਚ ਲਿਖਵਾਏ ਨੇ 5। ਉਸ ਤੋਂ ਬਾਅਦ ਹੈ ਚਿੱਠੀ ਪੱਤਰ ਅਤੇ ਅਰਜ਼ੀਆਂ। ਇਹਦੇ ਵਿੱਚ ਤੁਸੀਂ ਉਹੀ 6 ਕਰਨੀਆਂ ਨੇ ਜੋ ਮੈਂ ਕਾਪੀ 'ਤੇ ਕਰਾਈਆਂ ਨੇ। ਲਾਸਟ ਕੰਮ ਹੈ ਤੁਹਾਡਾ 32 ਨੰਬਰ 'ਤੇ ਚਿੱਤਰ ਇਸ਼ਤਿਹਾਰ ਦੇ ਆਧਾਰ 'ਤੇ ਵਰਣਨ। ਇਸ਼ਤਿਹਾਰ ਵੀ ਆ ਸਕਦਾ ਹੈ ਅਤੇ ਕੋਈ ਚਿੱਤਰ ਵੀ ਆ ਸਕਦਾ ਹੈ, ਅਤੇ ਇਹਦੀ ਵੀ ਤੁਸੀਂ ਪ੍ਰੈਕਟਿਸ ਕਰੋਗੇ। 50 ਵਰਡਸ ਦੇ ਵਿੱਚ ਇਹਨੂੰ ਲਿਖਣਾ ਹੁੰਦਾ ਹੈ, ਅਤੇ ਤੁਸੀਂ ਕਿਵੇਂ ਲਿਖੋਗੇ, ਕਿਵੇਂ ਵਰਣਨ ਕਰੋਗੇ। ਛੋਟੇ ਬੱਚਿਆਂ ਵਾਂਗੂ ਨਹੀਂ ਕਰਨਾ, ਲਾਈਨਾਂ ਜਾਂ ਨੰਬਰ ਬਣਾ ਕੇ ਨਹੀਂ ਕਰਨਾ। ਆਈ ਹੋਪ ਤੁਹਾਨੂੰ ਸਿਲੇਬਸ ਸਮਝ ਆ ਗਿਆ ਹੋਏਗਾ, ਅਤੇ ਅੱਗੋਂ ਫਿਰ ਅਸੀਂ ਆਪਣੀ ਰਿਵੀਜ਼ਨ ਸਟਾਰਟ ਕਰਦੇ ਹਾਂ ਅਤੇ ਆਪਣੇ ਟੈਸਟ ਸਟਾਰਟ ਕਰਦੇ ਹਾਂ। ਅੱਜ ਤੁਸੀਂ ਹਾਲੇ ਹੀ ਸਿਲੇਬਸ ਨੂੰ ਡਿਸਕਸ ਕਰ ਲਓ, ਆਪਣੀ ਬੁੱਕਸ ਦੋਨੋਂ ਖੋਲ੍ਹ ਕੇ ਉਹਨਾਂ ਦੇ ਅੱਗੇ ਸਾਰਾ ਕੁਝ ਲਿਖ ਲਓ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਜੋ ਕੰਮ ਕਰਾਇਆ ਹੈ ਉਹ ਵੀ ਭੇਜ ਦਿੰਦੀ ਹਾਂ, ਪਿਕਸ ਕੁਐਸਚਨ ਆਨਸਰਸ ਦੀ। ਜਿਸ ਬੱਚੇ ਦਾ ਜੋ ਵੀ ਕੰਮ ਰਹਿੰਦਾ ਹੈ ਉਹਨੂੰ ਕੰਪਲੀਟ ਕਰ ਲਓ 2 ਡੇਜ਼ ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਵੀਕ ਤੋਂ ਅਸੀਂ ਕਰਾਂਗੇ ਆਪਣੇ ਟੈਸਟ ਸਟਾਰਟ। ਧੰਨਵਾਦ।